ਨੱਕ ਦਾ ਕੋਕਾ ਤੇ ਕਵਾਲ ਦਾ ਹੋਕਾ, ਹੋਕਾ ਜਾਂ ਫਿਰ ਹੌਕਾ। ਪੰਜਾਬੀ ਦੇ ਲਫ਼ਜ਼ ਵੀ ਇਹੋ ਜਿਹੇ ਆ ਕਿ ਇੱਕ ਦੂਸਰੇ ਨਾਲ ਮਿਲਦੇ ਤੇ ਉਹਦੇ ਕਈ ਕਈ ਮਤਲਬ ਹੋ ਜਾਂਦੇ। ਹੁਣ ਅਸੀਂ ਤਾਂ ਗੱਲ ਕੀਤੀ ਹੈ ਕਿ ਨੱਕ ਦਾ ਕੋਕਾ ਤੇ ਖਾਨ ਸਾਹਿਬ ਦਾ। ਖਾਨ ਸਾਹਿਬ ਤੇ ਕੁਝ ਹੋਰ ਹੁੰਦੇ ਨੇ, ਲੇਕਿਨ ਖਾਨ ਸਾਹਿਬ ਤੇ ਖਾਨ ਸਾਹਿਬ ਇੰਨਾ ਥੋੜ੍ਹਾ ਜਿਹਾ ਫ਼ਰਕ ਹੈ, ਬੜਾ ਬਾਰੀਕ ਫ਼ਰਕ ਹੈ। ਗਾਣਾ ਗਾਉਣ ਵਾਲੇ ਖਾਨ ਸਾਹਿਬ ਜਿਸ ਤਰ੍ਹਾਂ ਮਹਿਦੀ ਹਸਨ ਖਾਂ, ਗੁਲਾਮ ਅਲੀ ਖਾਂ, ਫਲਾਣੇ ਖਾਂ, ਇਸੇ ਤਰ੍ਹਾਂ ਹੀ ਖਾਨ ਸਾਹਿਬ ਜਿਸ ਤਰ੍ਹਾਂ ਇਮਰਾਨ ਖਾਨ, ਨਾਹੀਦ ਖਾਨ, ਜਾਂ ਜਿਹੜਾ ਵੀ ਤੁਸੀਂ ਨਾਂ ਲੈ ਲਵੋ, ਆਜ਼ਮ ਨਜ਼ੀਰ ਖਾਨ, ਸੁਹੇਲ ਖਾਨ, ਜਿਹੜਾ ਵੀ ਨਾਂ ਲੈ ਲਓ ਤੁਸੀਂ, ਖਾਨ ਤੇ ਖਾਨ 'ਚ ਬੜਾ ਫ਼ਰਕ ਹੈ। ਗਾਣਾ ਗਾਉਣ ਵਾਲੇ ਖਾਨ ਸਾਹਿਬ ਤੇ ਦੂਸਰੇ ਜਿਹੜੇ ਉਹ ਖਾਨ ਸਾਹਿਬ ਜਿਸ ਤਰ੍ਹਾਂ ਪਠਾਨ ਹੁੰਦੇ ਨੇ, ਆਪਣੇ ਆਪ ਨੂੰ ਖਾਨ ਕਹਿਲਵਾਉਂਦੇ ਨੇ, ਲੇਕਿਨ ਗਾਣਾ ਗਾਉਣ ਵਾਲੇ ਉਹ ਆਪਣੇ ਆਪ ਨੂੰ ਵੀ ਖਾਨ ਕਹਿਲਵਾਉਂਦੇ ਨੇ, ਲੇਕਿਨ ਗਾਣਾ ਗਾਉਣ ਵਾਲੇ ਵੀ ਆਪਣੇ ਆਪ ਨੂੰ ਖਾਂ ਕਹਿਲਵਾਉਂਦੇ ਨੇ। ਥੋੜ੍ਹਾ ਜਿਹਾ ਫ਼ਰਕ ਖਾਨ ਸਾਹਿਬ ਤੇ ਖਾਨ ਸਾਹਿਬ। ਇਸੇ ਤਰ੍ਹਾਂ ਹੀ ਅਮਜਦ ਫਰਾਜ਼ ਖਾਂ, ਇਸੇ ਤਰ੍ਹਾਂ ਹੀ ਨੁਸਰਤ ਫਤਿਹ ਅਲੀ ਖਾਂ, ਔਰ ਉਹਨਾਂ ਦਾ ਅੱਜ ਕੱਲ੍ਹ ਰਾਹਤ ਫਤਿਹ ਅਲੀ ਖਾਂ, ਔਰ ਇੱਕ ਚਾਹਤ ਫਤਿਹ ਅਲੀ ਖਾਂ ਵੀ ਅਸੀਂ ਸੁਣਿਆ। ਉਹ ਪਤਾ ਨਹੀਂ ਕੀ ਗਾਉਂਦਾ ਜਾਂ ਨਹੀਂ ਗਾਉਂਦਾ। ਬਹਰਹਾਲ ਚਾਹਤ ਫਤਿਹ ਅਲੀ ਖਾਂ ਇਹੋ ਜਿਹੇ ਗਾਣੇ ਨਹੀਂ ਗਾਉਂਦਾ ਕਿ ਉਹਨੂੰ ਕੋਈ ਫੜ ਲਏ, ਛਿੱਤਰ ਮਾਰੇ, ਜੁੱਤੀਆਂ ਮਾਰੇ, ਇੱਧਰ ਉੱਧਰ ਧੱਕੇ ਦੇਵੇ, ਤੱਪੇ ਮਾਰੇ। ਉਹ ਜਿਹੋ ਜਿਹੇ ਵੀ ਗਾਣੇ ਗਾਉਂਦਾ, ਲੇਕਿਨ ਆਪਣੇ ਆਪ ਨੂੰ ਨਸੀਬੋ ਲਾਲ ਤਰ੍ਹਾਂ ਬੜਾ ਹੀ ਮਹਿਫੂਜ਼ ਰੱਖਦਾ। ਨਸੀਬੋ ਲਾਲ ਵੀ ਬੜੇ ਇਹੋ ਜਿਹੇ ਗਾਣੇ ਗਾਉਂਦੀ ਹੈ, ਲੇਕਿਨ ਉਹਨੂੰ ਕੋਈ ਫੜਨ ਵਾਲਾ ਨਹੀਂ, ਲੇਕਿਨ ਉਹਦੇ ਗਾਣੇ ਗਾਉਣ ਵਾਲਿਆਂ ਨੂੰ ਫੜ ਲਿਆ ਜਾਂਦਾ। ਤੂੰ ਨਸੀਬੋ ਲਾਲ ਦਾ ਇਹ ਗਾਣਾ ਗਾਇਆ, ਬੜਾ ਫੌਜ ਗਾਣਾ, ਤੇ ਤੂੰ ਕਿਉਂ ਗਾ? ਕਈਆਂ ਦੇ ਮੁਕੱਦਮੇ ਬਣ ਚੁੱਕੇ। ਗੱਲ ਅਸੀਂ ਕਰ ਰਹੇ ਸੀਗੇ ਇਹਦੀ ਫਰਾਜ਼ ਅਮਜਦ ਖਾਨ ਸਾਹਿਬ ਦੀ। ਇਹਨਾਂ ਨੂੰ ਵੀ ਫੜ ਲਿਆ ਗਿਆ, ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਵੀ ਜ਼ਮਾਨਤ ਹੋ ਗਈ। ਬਿਗ ਬ੍ਰਦਰ ਇਹਨਾਂ ਲਈ ਵੀ ਆ ਗਿਆ। ਕਿਹੜਾ ਬਿਗ ਬ੍ਰਦਰ ਆ ਗਿਆ ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਬਿਗ ਬ੍ਰਦਰ ਆ ਜਾਂਦਾ। ਇਹਦੇ ਲਈ ਵੀ ਬਿਗ ਬ੍ਰਦਰ ਆ ਗਿਆ, ਉਹਨੇ ਇਹਦੀ ਜਾਨ ਛੁਡਾ ਲਈ। ਪਰ ਇਹਦੀ ਜਾਨ ਫੜੀ ਕਿਸ ਤਰ੍ਹਾਂ ਗਈ? ਫੜੀ ਇਸ ਤਰ੍ਹਾਂ ਗਈ। ਪਹਿਲੇ ਅਸੀਂ ਗੱਲ ਕਰ ਰਹੇ ਸੀਗੇ ਕਿ ਪੰਜਾਬੀ ਦੇ ਵੀ ਕਈ ਲਫ਼ਜ਼ ਆ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਨੱਕ ਦਾ ਕੋਕਾ ਤੇ ਇਹਦਾ ਖਾਨ ਸਾਹਿਬ ਦਾ ਹੋਕਾ ਜਾਂ ਫਿਰ ਹੌਕਾ। ਗੱਲ ਤਾਂ ਅਸੀਂ ਹੌਕੇ ਦੀ ਕੀਤੀ ਸੀ ਕਿ ਹੁਣ ਉਹ ਕਹਿੰਦਾ ਫਿਰਦਾ ਕਿ ਨਹੀਂ, ਮੇਰੇ ਕੋਲ ਤੇ ਜ਼ਬਰਦਸਤੀ ਮੈਨੂੰ ਤਾਂ ਫੜ ਕੇ ਮੇਰੇ ਕੰਨ ਮਰੋੜ ਕੇ ਮੇਰੀ ਬਾਂਹ ਮਰੋੜ ਕੇ ਮੈਨੂੰ ਜਿਸ ਤਰ੍ਹਾਂ ਮਜਬੂਰ ਕਰ ਦਿੱਤਾ ਗਾਣਾ ਗਾਉਣ ਤੇ, ਮੈਂ ਮਜਬੂਰ ਹੋ ਕੇ ਗਾਣਾ ਗਾਇਆ। ਤੇ ਕਿਸ ਤਰ੍ਹਾਂ ਇਹਨੂੰ ਮਜਬੂਰ ਕੀਤਾ ਗਿਆ ਜ਼ਰਾ ਸੁਣੋ ਇਹਦੀ ਜ਼ੁਬਾਨੀ ਕੀ ਕਹਿ ਰਿਹਾ ਕਿ ਮੈਨੂੰ ਇੰਨਾ ਜ਼ਿਆਦਾ ਮਜਬੂਰ ਕੀਤਾ ਗਿਆ कि मैं फिर नक दा कोका गाना गा दिता। मैं एक आपसे बात शेयर करना चाहता हूँ कि जैसा कि आप सबको मालूम है कि कल रात एक इवेंट हुआ है वॉल सिटी का शालीमार बाग में। तो उधर मैं गया था एक कव्वाली के लिए, कव्वाली नाइट के लिए। मैं एक कव्वाली सिंगर हूँ। तो उधर मुझे एक इवेंट में दी जाती है, लिस्ट दी जाती है कि आपने इसके मुताबिक आपने कव्वाली हमें सुनानी है। खैर मैं उस लिस्ट के मुताबिक मैं कव्वाली सुना रहा था और इवेंट में एक बंदे ने आकर मेरे साथ मिसबिहेव किया। उसने मुझे इवेंट के दौरान ही उसने मुझे थ्रेट किया है कि आप हमें ये गाना सुनाएं, तो वरना अच्छा नहीं होगा। मुझे नहीं पता कि वो बंदा कौन था। उसने आके मुझे 3-4 मरतबा आके उसने मुझे थ्रेट किया है कि आप ये गाना सुनाएं, आप ये गाना सुनाएं। अभी के मुझे ये गाना आता भी नहीं था। खैर उसके बाद मैंने वो गाना नहीं सुनाया। और अगर ये जो वीडियो बनी होगी वो लोगों के पास भी होगी, आप वो वीडियो देख सकते हैं कि मैं उस शख्स की बात नहीं सुन रहा। उसने फिर से मेरे साथ स्टेज पर ही उसने फिर मेरे साथ बदतमीजी की कि आप ये हमें गाना सुनाएंगे या नहीं सुनाएंगे। खैर सामने ऑडियंस बैठी हुई थी, मैंने अपनी इज्जत बचाने के लिए मुझे ये गाना गाना पड़ा, ठीक है। और उसके बाद जब ये मैंने गाना गाया, उस बंदे ने फिर मेरे साथ कहा कि अगर ये तू ना सुनाता तो फिर अच्छा नहीं सी होना। मैंने अपनी इज्जत और सामने जो सी ऑडियंस बैठी हुई थी कि उधर माहौल ना खराब हो, मैंने इसकी वजह से वो 2-4 शार मैंने सुना दिए। और मुझ पे एक इल्ज़ाम लग रहा है कि मैंने अपने जो मेरा वतन है पाकिस्तान है, मैंने उसके साथ बगावत की है। सो मैंने अपने मुल्क के साथ मैंने बगावत नहीं की, क्योंकि ये मेरा मुल्क है, ये मेरा पाकिस्तान है, हम इसमें रहते हैं, यही हमारी शान है, यही हमारी आन है। और हम अपने मुल्क के साथ कभी बगावत नहीं कर सकते। और मेरी स्पेशल गवर्नमेंट ऑफ पंजाब से और वज़ीर आज़म और वज़ीर आला मरियम नवाज शरीफ साहब से मेरी गुजारिश है कि मरियम साहिबा से मेरी गुजारिश है कि मेरी वीडियो
उन तक जाए और वो मेरी वीडियो सुने और वो मेरी बात सुने। और मुझे इंसाफ चाहिए आपसे, क्योंकि मैं आपके मुल्क का ही और आपका ही मैं कव्वाल हूँ और आपका ही मैं सिंगर हूँ, और मैं इसी मुल्क में ही रहता हूँ और इसी मुल्क का ही हम नाम रोशन करते हैं। ਇਹ ਤੁਸੀਂ ਉਹਦੀ ਗੱਲ ਸੁਣ ਲਈ, ਕਹਿੰਦਾ ਕਿ ਮੈਨੂੰ ਤਾਂ ਬੜਾ ਮਜਬੂਰ ਕੀਤਾ ਗਿਆ, ਮੈਂ ਬਿਲਕੁਲ ਨਹੀਂ ਸੀ ਗਾਣਾ ਗਾਉਣਾ ਚਾਹੁੰਦਾ। ਕੁਝ ਲੋਕਾਂ ਦਾ ਖਿਆਲ ਹੈ ਕਿ ਇਹਨੇ ਜਾਣ ਬੁੱਝ ਕੇ ਗਾਣਾ ਗਾਇਆ ਤਾਂ ਕਿ ਇਹ ਵੀ ਵਾਇਰਲ ਹੋ ਜਾਏ, ਇਹਦੀ ਵੀ ਬੱਲੇ ਬੱਲੇ ਹੋ ਜਾਏ, ਲੇਕਿਨ ਇਹਨੂੰ ਨਹੀਂ ਸੀ ਪਤਾ ਕਿ ਫੜਿਆ ਵੀ ਜਾਵਾਂਗਾ। ਗਾਣਾ ਤਾਂ ਵੈਸੇ ਬੜਾ ਮਸ਼ਹੂਰ, ਨੱਕ ਦਾ ਕੋਕਾ, ਲੇਕਿਨ ਉਹਦੇ ਨਾਲ ਹੋਇਆ ਕੀ ਸੀ, ਜਿਹਨੇ ਪਹਿਲੇ ਗਾਣਾ ਗਾਇਆ ਸੀ ਨੱਕ ਦਾ ਕੋਕਾ, ਮਲਕੂ ਨੇ ਗਾਣਾ ਗਾਇਆ, ਉਹਨੇ ਇਮਰਾਨ ਖਾਨ ਦਾ ਵੀ ਨਾਂ ਲੈ ਲਿਆ, ਕੈਦੀ ਨੰਬਰ 804 ਵੀ ਉਹਦੇ 'ਚ ਕਹਿ ਦਿੱਤਾ। ਜਦੋਂ ਕਹਿ ਦਿੱਤਾ ਤਾਂ ਫਿਰ ਉਹਦੀ ਜਿਹੜੀ ਹੋਈ, ਜਿੰਨੀ ਜ਼ਿਆਦਾ ਹੋਈ, ਇੱਕ ਲੱਤ 'ਤੇ ਵੀ ਨੱਚ ਨੱਚ ਕੇ ਉਹਨੇ ਆਪਣੀ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨੂੰ ਕਿਹਾ ਗਿਆ ਕਿ ਦੋਵੇਂ ਲੱਤਾਂ ਜਿਹੜੀਆਂ ਤੂੰ ਜ਼ਮੀਨ 'ਤੇ ਨਹੀਂ ਲਾਉਣੀਆਂ, ਫਿਰ ਜ਼ਰਾ ਨੱਚ ਕੇ ਦਿਖਾ, ਫਿਰ ਤੇਰੀ ਛੁੱਟੀ। ਉਹਨੇ ਜਿਸ ਤਰ੍ਹਾਂ ਵੀ ਦੋਨਾਂ ਲੱਤਾਂ ਤੋਂ ਬਗੈਰ ਡਾਂਸ ਕਰ ਦਿੱਤਾ, ਰਕਸ ਕਰ ਦਿੱਤਾ, ਨੱਚ ਕੇ ਦਿਖਾ ਦਿੱਤਾ, ਤਾਂ ਉਹਨੂੰ ਫਿਰ ਪਾਕਿਸਤਾਨ ਤੋਂ ਬਾਹਰ ਜਾਣ ਦਿੱਤਾ। ਲੇਕਿਨ ਇਹਨਾਂ ਲਈ ਇੱਕ ਸਬਕ ਸੀ ਬਾਕੀ ਗਵਾਈਆਂ ਲਈ ਕਿ ਬੰਦੇ ਦੇ ਪੁੱਤਰ ਬਣ ਜਾਓ, ਇਹ ਜਿਹੇ ਗਾਣੇ ਨਾ ਗਾਓ। ਲੇਕਿਨ ਫਿਰ ਵੀ ਇਹਨੂੰ ਪਤਾ ਨਹੀਂ ਖਾਨ ਸਾਹਿਬ ਨੂੰ ਕੀ ਚੜੀ, ਇਹਨੇ ਗਾਣਾ ਗਾ ਦਿੱਤਾ। ਜਿਸ ਤਰ੍ਹਾਂ ਅਸੀਂ ਕਿਹਾ ਬਈ ਨੱਕ ਦਾ ਕੋਕਾ ਤੇ ਇਹਦਾ ਹੌਕਾ ਜਾਂ ਹੋਕਾ, ਹੋਕੇ ਵਿੱਚ ਤੇ ਹੌਕੇ ਵਿੱਚ ਬੜਾ ਫਰਕ ਹੈ। ਹੌਕਾ ਹੁੰਦਾ ਬੰਦਾ ਆਹ ਭਰ ਕੇ ਕਹਿੰਦਾ ਹਾਏ, ਉਹਨੂੰ ਹੌਕਾ ਕਹਿੰਦੇ। ਤੇ ਹੋਕਾ ਕਿਹਨੂੰ ਕਹਿੰਦੇ? ਹੋਕਾ ਕਹਿੰਦੇ ਐਲਾਨ ਕਰ ਦੇਣ ਨੂੰ, ਹੋਕਾ ਦੇ ਦੇਣ ਨੂੰ, ਦੁਨੀਆ ਨੂੰ ਦੱਸਣ ਨੂੰ। ਜਿਸ ਤਰ੍ਹਾਂ ਬੰਦਾ ਰੌਲਾ ਪਾ ਕੇ ਲੋਕਾਂ ਨੂੰ ਦੱਸਦਾ, ਉਹਨੂੰ ਕਹਿੰਦੇ ਹੋਕਾ। ਜਿਸ ਤਰ੍ਹਾਂ ਇਹਨੇ ਕਿਹਾ ਕਿ ਇਹਦਾ ਹੋਕਾ ਵੀ ਆ ਕਿ ਇਹਨੇ ਕਿਹਾ ਕਿ ਮੈਂ ਤਾਂ ਬਿਲਕੁਲ ਵੀ ਮੈਂ ਇਹ ਗਾਣਾ ਨਹੀਂ ਸੀ ਗਾਉਣਾ ਚਾਹੁੰਦਾ, ਮੈਨੂੰ ਮਜਬੂਰ ਕੀਤਾ ਗਿਆ। ਤੇ ਹੌਕਾ ਫਿਰ ਕਿਸ ਤਰ੍ਹਾਂ ਭਰ ਕੇ ਕਹਿੰਦਾ ਕਿ ਮੇਰੇ ਨਾਲ ਤੇ ਬਹੁਤ ਹੀ ਬੁਰਾ ਹੋ ਗਿਆ, ਮੇਰੇ ਨਾਲ ਇਹ ਹੋ ਗਿਆ, ਉਹ ਹੋ ਗਿਆ। ਤੇ ਪੰਜਾਬੀ ਦੇ ਲਫ਼ਜ਼ਾਂ ਬੜਾ ਹੀ ਇਸ ਤਰੀਕੇ ਨਾਲ ਇੱਕ ਲਫ਼ਜ਼ ਉਹਦੇ ਕਈ ਮੈਨੇ ਅਲੱਗ-ਅਲੱਗ ਮੈਨੇ ਜੁਦਾ ਮੈਨੇ ਸਾਹਮਣੇ ਆ ਜਾਂਦੇ ਆ। ਮਸਲਨ ਜਦੋਂ ਅਸੀਂ ਗੱਲ ਕਰਦੇ ਕਿਸੇ ਨੂੰ ਅਸੀਂ ਜੱਟ ਕਹਿੰਦੇ ਤਾਂ ਉਹਨੂੰ ਜੱਟ ਕਿਹਾ ਜਾਂਦਾ, ਜ਼ਬਰ ਜੱਟ ਤੇ ਜ਼ੇਰ ਪਾ ਦਿਓ ਜਿੱਟ, ਜ਼ੇਰ ਪਾ ਦਿਓ ਜਿੱਟ ਤੇ ਉਹਦੇ ਤੇ ਪੇਸ਼ ਪਾ ਦਿਓ ਤਾਂ ਫਿਰ ਉਹ ਜੁੱਟ ਬਣ ਜਾਂਦਾ। ਜੁੱਟ ਦਾ ਮਤਲਬ ਕਿ ਜੋੜ। ਇਸੇ ਤਰ੍ਹਾਂ ਹੀ ਪਿੱਟ ਦਾ ਕੀ ਮਤਲਬ ਹੈ ਕਿ ਪਿੱਟਣਾ, ਪਿੱਟ ਪਟਾਕਾ ਕਰਨਾ। ਤਾਂ ਪੁੱਟ ਦਾ ਕੀ ਮਤਲਬ, ਜਿਸ ਤਰ੍ਹਾਂ ਮੂਲੀ ਪੁੱਟ ਲਈ ਜਾਂ ਕੋਈ ਹੋਰ ਚੀਜ਼ ਪੁੱਟ ਲਈ। ਇਸ ਤਰ੍ਹਾਂ ਪੱਟ ਵੀ ਇਹਦੇ ਤੋਂ ਲਫ਼ਜ਼ ਨਿਕਲਿਆ। ਪੱਟ ਫਿਰ ਕਿਹਨੂੰ ਕਹਿੰਦੇ ਆ? ਪੱਟ ਇੱਕ ਤਾਂ ਪੱਟਣ ਨੂੰ ਕਹਿੰਦੇ ਆ, ਲੱਤ ਦੇ ਉਤਲੇ ਇਸ ਨੂੰ ਵੀ ਕਹਿੰਦੇ, ਜੇ ਤੇ ਹੱਥ ਮਾਰ ਕੇ ਬੰਦਾ ਕਬੱਡੀ ਵੀ ਖੇਡ ਲੈਂਦਾ। ਤੇ ਪੰਜਾਬੀ ਦੇ ਹੋਰ ਵੀ ਬੜੇ ਮਸਲਨ ਤੁਸੀਂ ਇਹ ਗੱਲ ਲੈ ਲਓ, ਲੱਟ, ਲੁੱਟ ਤੇ ਲਿੱਟ, ਇਹਦੇ ਵੀ ਤਿੰਨਾਂ ਦੇ ਅਲੱਗ-ਅਲੱਗ ਮੈਨੇ ਆ। ਲਿੱਟ ਕਿਹਨੂੰ ਕਹਿੰਦੇ ਆ? ਲਿੱਟ ਉਹ ਜਿਹੜੀ ਪਿੱਛੇ ਬੋਦੀ ਰੱਖੀ ਹੁੰਦੀ ਉਹਨੂੰ ਲਿੱਟ ਵੀ ਕਹਿੰਦੇ ਆ। ਲੁੱਟ ਕਿਹਨੂੰ ਕਹਿੰਦੇ? ਲੁੱਟ ਲਓ। ਤੇ ਲੱਟ ਕਿਹਨੂੰ ਕਹਿੰਦੇ ਆ? ਆਵਾਰਾ ਨੂੰ ਲੱਟ ਕਹਿੰਦੇ ਆ। ਹੋ ਸਕਦਾ ਇਸ ਤੋਂ ਇਲਾਵਾ ਵੀ ਇਹਦੇ ਕਈ ਮੈਨੇ ਹੋਣ, ਹਰ ਲਫ਼ਜ਼ ਦੇ ਕਈ ਮੈਨੇ ਨਿਕਲ ਆਉਂਦੇ। ਗੱਲ ਅਸੀਂ ਸ਼ੁਰੂ ਕੀਤੀ ਸੀ ਖਾਨ ਸਾਹਿਬ ਤੋਂ, ਤੇ ਖਾਨ ਸਾਹਿਬ, ਅਮਜਦ ਫਰਾਜ਼ ਖਾਨ, ਇਹਨਾਂ ਦਾ ਜੋ ਕੁਝ ਹਾਲ ਹੋ ਗਿਆ, ਜੋ ਹਸ਼ਰ ਹੋ ਗਿਆ, ਹੁਣ ਦੁਨੀਆ ਨੂੰ ਹੌਕੇ ਭਰ ਕੇ ਤੇ ਹੌਕੇ ਦਿੰਦੇ ਆ ਕਿ ਮੈਂ ਨਹੀਂ ਸੀ ਗਾਣਾ ਗਾਉਣਾ ਚਾਹੁੰਦਾ। ਤਾਂ ਬੰਦਾ ਕਿਸ ਤਰ੍ਹਾਂ ਗਾਣਾ ਗਵਾ ਸਕਦਾ ਕਿਸੇ ਕੋਲ ਜਦੋਂ ਉਹ ਨਹੀਂ ਗਾਣਾ ਚਾਹੁੰਦਾ? ਤੇ ਫਿਰ ਤੂੰ ਖੁਦਾ ਦਿਆ ਬੰਦਾ, ਅਗਰ ਤੂੰ ਗਾਉਣਾ ਹੀ ਆ, ਉਹ 'ਤੇ ਮੁਕੱਦਮਾ ਵੀ ਹੋ ਗਿਆ। ਅਸੀਂ ਗੱਲ ਕਰ ਰਹੇ ਸੀ ਕਿ ਬਿਗ ਬ੍ਰਦਰ ਵੀ ਆ ਗਿਆ। ਬਿਗ ਬ੍ਰਦਰ ਕਿਹੜਾ ਆ ਗਿਆ ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਕਿ ਬਿਗ ਬ੍ਰਦਰ ਨੇ ਕਿੱਦਾਂ ਇਹਨੂੰ ਆ ਕੇ ਬਚਾ ਲਿਆ। ਨਹੀਂ ਤਾਂ ਇਹਨੂੰ ਵੀ ਉਸੇ ਤਰ੍ਹਾਂ ਹੀ ਚੱਕ ਲੈਣਾ, ਜਿਸ ਤਰ੍ਹਾਂ ਸਿਟੀ ਵਾਰਡ ਆਫ ਲਾਹੌਰ ਦੇ 3 ਮੁਲਾਜ਼ਮਾਂ ਨੂੰ ਚੱਕ ਲਿਆ ਗਿਆ। ਇਹ ਸਰਕਾਰੀ ਤਕਰੀਬ ਸੀ ਜਿਹੜੀ ਸ਼ਾਲਾਮਾਰ ਬਾਗ 'ਚ ਹੋ ਰਹੀ ਸੀ, ਜਿੱਥੇ ਖਾਨ ਸਾਹਿਬ ਗਾ ਰਹੇ ਸੀਗੇ। ਉਹ ਕਹਿੰਦੇ ਕਿ ਮੈਨੂੰ ਬੜਾ ਮਜਬੂਰ ਕੀਤਾ ਗਿਆ। ਮੈਨੂੰ ਨਹੀਂ ਲੱਗਦਾ ਕਿ ਇੰਨਾ ਜ਼ਿਆਦਾ ਇਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਤੁਸੀਂ ਗਾਣਾ ਗਾਓ। ਤੇ ਫਿਰ ਉਹ ਕੈਦੀ ਨੰਬਰ 804 ਵੀ ਕਹੋ। ਪਤਾ ਕਿ ਕੈਦੀ ਨੰਬਰ 804 ਕਹੋਗੇ ਤੇ ਫਿਰ ਕਿੱਥੇ ਜਾਓਗੇ? ਤੇ ਫਿਰ ਉੱਥੇ ਗਏ ਜਿੱਥੇ ਜਾਣ ਦਾ ਹੱਕ, ਲੇਕਿਨ ਇਹ ਨਹੀਂ ਗਿਆ। ਬਾਕੀ 3 ਜਿਹੜੇ ਮੁਲਾਜ਼ਮ ਹੈ ਉਹ ਮੈਂ ਤੁਹਾਨੂੰ ਉਹਨਾਂ ਦੇ ਨਾਮ ਵੀ ਦੱਸ ਦੇਣਾ ਕਿ ਉਹਨਾਂ ਨੂੰ ਫੜਿਆ, ਜੇਲ੍ਹ 'ਚ ਕਰ ਦਿੱਤਾ, ਮੁਕੱਦਮਾ ਉਹਨਾਂ 'ਤੇ ਵੀ ਦਰਜ ਹੋ ਗਿਆ। ਇਹਦੇ 'ਤੇ ਬਗਾਵਤ ਦਾ ਮੁਕੱਦਮਾ ਦਰਜ ਹੋ ਗਿਆ। ਇਹਨਾਂ 3 ਮੁਲਾਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਬਲਕਿ ਇਹਨਾਂ ਨੂੰ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹਨਾਂ 3 ਮੁਲਾਜ਼ਮਾਂ 'ਤੇ ਇਲਜ਼ਾਮ ਇਹ ਹੈ ਕਿ ਇਹਨਾਂ ਨੇ ਕਿਉਂ ਨਹੀਂ ਰੋਕਿਆ। ਇੰਤਜ਼ਾਮੀਆ ਵੱਲੋਂ ਇਹ ਵੀ ਕਿਹਾ ਗਿਆ ਕਿ ਗਾਣੇ ਦੀ ਮਨਜ਼ੂਰੀ ਨਹੀਂ ਲਈ ਗਈ ਸੀ, ਇਹਨੇ ਆਪਣੇ ਕੋਲੋਂ ਹੀ ਗਾਣਾ ਗਾ ਦਿੱਤਾ ਤੇ ਫਿਰ ਇਹਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਥਾਣਾ ਸ਼ਾਲਾਮਾਰ ਬਾਗ ਦੇ ਵਿੱਚ ਤਕਰੀਬ ਸੀ, ਇਹਦਾ ਮੁਕੱਦਮਾ ਦਰਜ ਕੀਤਾ ਗਿਆ ਬਾਗਵਾਨਪੁਰਾ ਥਾਣੇ 'ਚ, ਔਰ ਗ੍ਰਿਫਤਾਰੀ ਇਹਦੀ ਨਹੀਂ ਹੋਈ। ਗ੍ਰਿਫਤਾਰੀ ਤੋਂ ਪਹਿਲੇ ਹੀ ਜ਼ਮਾਨਤ ਲਈ ਇਹ ਚਲਾ ਗਿਆ। ਕਿੱਥੇ ਗਿਆ? ਸੈਸ਼ਨ ਜੱਜ ਦੇ ਕੋਲ ਗਿਆ। ਸੈਸ਼ਨ ਜੱਜ ਸਾਹਿਬ ਨੇ ਇਹਦੀ ਜ਼ਮਾਨਤ ਅਬੂਰੀ ਲੈ ਲਈ ਔਰ ਕਿਹਾ ਗਿਆ ਕਿ ਅਗਲੇ ਹੁਕਮ ਤੱਕ ਇਹਨੂੰ ਗ੍ਰਿਫਤਾਰ ਨਾ ਕੀਤਾ ਜਾਏ। ਇੱਕ ਵਾਰੀ ਤਾਂ ਖਾਨ ਸਾਹਿਬ ਬਚ ਗਏ, ਹੋ ਸਕਦਾ ਹੈ ਕਿ ਕੱਲ ਪਰਸੋਂ ਇਹਨਾਂ ਨੂੰ ਫੜ ਲਿਆ ਜਾਏ। ਹੁਣ ਅੱਜ ਉਸ ਤਰਫ ਕੇ ਬਿਗ ਬ੍ਰਦਰ ਕਿਹੜਾ ਬਣ ਕੇ ਸਾਹਮਣੇ ਆਇਆ? ਸ਼ਾਹ ਜ਼ੇਬਦਾਰ ਸਾਹਿਬ ਸੈਸ਼ਨ ਜੱਜ ਨੇ, ਜਿਨ੍ਹਾਂ ਨੇ
ਇਹਦੀ ਜ਼ਮਾਨਤ ਲੈ ਲਈ। ਤੁਸੀਂ ਸਮਝ ਲਓ ਕਿ ਸ਼ਾਹ ਜ਼ੇਬਦਾਰ ਸਾਹਿਬ ਇਹਦੇ ਲਈ ਬਿਗ ਬ੍ਰਦਰ ਬਣ ਕੇ ਆ ਗਏ। ਇਹਦੀ ਜਾਨ ਇੱਕ ਦਫਾ ਤਾਂ ਬਚਾ ਲਈ ਔਰ ਗਾਣੇ ਗਾਉਣ ਵਾਲਾ ਬੰਦਾ ਇਹਦੀ ਉੱਤੇ ਤੱਕ ਅਪਰੋਚ ਹੋਏਗੀ। ਕਿਸ ਨਾਲ ਇਹਨੇ ਰਾਬਤਾ ਨਹੀਂ ਕੀਤਾ ਹੋਏਗਾ, ਕਈਆਂ ਨਾਲ ਰਾਬਤਾ ਕੀਤਾ ਹੋਏਗਾ, ਕਿਧਰੋਂ ਨਾ ਕਿਧਰੋਂ ਸਿਫਾਰਿਸ਼ ਚੱਲ ਗਈ। ਅਗਰ ਇਹਦੇ ਪਿੱਛੇ ਉਹ ਹੁੰਦੇ ਤਾਂ ਫਿਰ ਇਹਦੀ ਉਹੀ ਹਾਲਤ ਹੋਣੀ ਸੀ ਜਿਹੜੀ ਦੂਸਰਿਆਂ ਦੀ ਹੁੰਦੀ ਹੁਣ ਤੱਕ ਆਈ ਆ। ਜਿਸ ਤਰ੍ਹਾਂ ਨਸੀਬੋ ਲਾਲ ਦੇ ਗਾਣੇ ਗਾਉਣ ਤੇ ਫੋਸ਼ਗੋਈ ਦਾ ਮੁਕੱਦਮਾ ਬਣ ਜਾਂਦਾ, ਇਸ ਤਰ੍ਹਾਂ ਇਹਦੇ ਤੇ ਮੁਕੱਦਮਾ ਬਣ ਜਾਣਾ, ਲੇਕਿਨ ਇਹਦੇ ਤੇ ਉਹਦੇ ਨਾਲ ਵੀ ਜ਼ਿਆਦਾ ਸੀਰੀਅਸ ਕਿਸਮ ਦਾ ਮੁਕੱਦਮਾ ਬਣਿਆ, ਸੰਗੀਨ ਮੁਕੱਦਮਾ ਬਣਿਆ। ਉਹਦੀ ਦਹਿਸ਼ਤਗਰਦੀ ਦੀਆਂ ਦਫਾਤ ਲੱਗੀਆਂ, ਬਗਾਵਤ ਦੀਆਂ ਦਫਾਤ ਲੱਗੀਆਂ, ਕਈ ਹੋਰ ਵੀ ਦਫਾਤ ਉਹਦੇ ਤੇ ਲੱਗ ਗਈਆਂ। ਪਰ ਇੱਕ ਵਾਰੀ ਤੇ ਬਿਗ ਬ੍ਰਦਰ ਆ ਗਿਆ, ਇਹਦੀ ਜਾਨ ਛੁੱਟ ਗਈ। ਅੱਗੇ ਦੇਖਦੇ ਆਂਗੇ ਫਿਰ ਕੀ ਕਰਦਾ। ਜਿਸ ਤਰ੍ਹਾਂ ਖਾਨ ਸਾਹਿਬ ਨੇ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤਰ੍ਹਾਂ ਹੋ ਕੇ ਪਰ ਰਿਹਾ, ਜਿਸ ਤਰ੍ਹਾਂ ਹੋ ਕੇ ਦੇ ਰਿਹਾ, ਜਿਸ ਤਰ੍ਹਾਂ ਰੋ ਰਿਹਾ, ਪਿੱਟ ਰਿਹਾ, ਆਪਣੀ ਜਾਨ ਛੁਡਾ ਰਿਹਾ, ਜਿਹੜਾ ਵੀ ਇਹਨੂੰ ਕਿਹਾ ਜਾਏਗਾ ਬਿਲਕੁਲ ਬਿਆਨ ਦੇਣ ਲਈ ਤਿਆਰ ਹੋ ਜਾਏਗਾ। ਜਿਸ ਤਰ੍ਹਾਂ ਮਲਕੂ ਸਾਹਿਬ ਨੇ ਵੀ ਦੁਬਾਰਾ ਗਾਣਾ ਗਾ ਦਿੱਤਾ ਸੀ, ਉਹਦੇ ਵਿੱਚੋਂ 804 ਕੈਦੀ ਦਾ ਜ਼ਿਕਰ ਕੱਢ ਦਿੱਤਾ ਸੀ। ਬੰਦਾ ਇਹਨੂੰ ਪੁੱਛੇ ਕਿ ਮੂਰਖਾ, ਤੂੰ ਕੈਦੀ ਨੰਬਰ 804 ਦਾ ਜ਼ਿਕਰ ਕੀਤਾ ਤੇ ਕਿਉਂ ਕੀਤਾ? ਵਾਇਰਲ ਹੋਣ ਦਾ ਇੰਨਾ ਸ਼ੌਕ ਸੀ ਤੇ ਉਹ ਜਿਹੜਾ ਕਹਿੰਦੇ ਆ ਕਿ ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ, ਝਾੜੂ ਨਾਲ ਬਣਾ ਦੇਵੇ ਮੋਰ ਤੇ ਫਾਇਦਾ ਕੀ। ਭਾਈ ਸਾਹਿਬ ਹੁਣ ਫਿਰ ਤੈਨੂੰ ਇਹਨਾਂ ਨੇ ਝਾੜੂ ਦੇ ਨਾਲ ਪੁਲਿਸ ਦੇ ਹੱਥੇ ਚੜ੍ਹ ਗਿਆ ਤੇ ਝਾੜੂ ਦੇ ਨਾਲ ਮੋਰ ਬਣਾ ਦੇਣਗੇ। ਫਿਰ ਮੋਰ ਤਰ੍ਹਾਂ ਪਹਿਲਾਂ ਪਾਉਂਦਾ ਫਿਰੀ, ਫਿਰ ਦਿਖਾਈ ਲੋਕਾਂ ਨੂੰ ਕਿ ਕਿਸ ਤਰ੍ਹਾਂ ਕੰਨ ਪੱਟੀ ਤੇ ਪਿਸਤੌਲ ਰੱਖਿਆ ਹੋਵੇ ਤੇ ਗਾਣਾ ਗਾਇਆ ਜਾਂਦਾ। ਮੈਨੂੰ ਨਹੀਂ ਲੱਗਦਾ ਕਿ ਅਗਰ ਇਹਨਾਂ ਨੂੰ ਪਤਾ ਹੁੰਦਾ ਕਿ ਮੇਰੇ ਨਾਲ ਇੰਨੀ ਹੋ ਜਾਣੀ ਹੈ, ਕਿਹਦੇ ਵਰਗੀ ਹੋ ਜਾਣੀ ਆ, ਉਹਦੇ ਵਰਗੀ ਹੋ ਜਾਣੀ ਹੈ ਤੇ ਕਦੀ ਵੀ ਗਾਣਾ ਨਾ ਗਾਉਂਦਾ। ਹੁਣ ਤੇ ਇਹਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਜ਼ਬਰਦਸਤੀ ਗਾਣਾ ਗਵਾਇਆ ਗਿਆ। ਇਹੋ ਜਿਹਾ ਨਹੀਂ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਜਿਹੜਾ ਅਸੀਂ ਤੁਹਾਨੂੰ ਦੱਸਿਆ ਕਿ ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ, ਝਾੜੂ ਨਾਲ ਬਣਾ ਦੇਣ ਮੋਰ ਤੇ ਫਾਇਦਾ ਕੀ। ਜ਼ਰਾ ਉਹ ਝਾੜੂ ਦਾ ਆਪਣੇ ਸਾਹਮਣੇ ਤੁਸੀਂ ਨਕਸ਼ਾ ਲੈ ਕੇ ਆਓ। ਬੀਬੀਆਂ ਜਿਹੜੀਆਂ ਘਰਾਂ ਝਾੜੂ ਦਿੰਦੀਆਂ ਉਹ ਨਹੀਂ, ਬਲਕਿ ਉਹ ਝਾੜੂ ਜਿਹੜਾ ਤੁਸੀਂ ਸ਼ਹਿਰਾਂ 'ਚ ਦੇਖਦੇ ਹੋ ਕਿ ਝਾੜੂ ਫੇਰਨ ਵਾਲੇ ਉਹਨਾਂ ਦਾ ਦਸਤਾ ਹੁੰਦਾ, ਅੱਗੇ ਝਾੜੂ ਕਿਸ ਤਰ੍ਹਾਂ ਮੋਰ ਦੇ ਪਰ ਤਰ੍ਹਾਂ ਫੈਲਿਆ ਹੁੰਦਾ। ਉਹਨੇ ਕਿਹਾ ਕਿ ਝਾੜੂ ਨਾਲ ਬਣਾ ਦੇਣ ਮੋਰ ਤੇ ਫਾਇਦਾ ਕੀ। ਲੱਗਦਾ ਨਹੀਂ ਕਿ ਫਰਾਜ਼ ਖਾਨ ਸਾਹਿਬ ਇਹਨਾਂ ਨੂੰ ਵੀ ਉਸ ਝਾੜੂ ਨਾਲ ਮੋਰ ਬਣਾ ਦੇਣਗੇ। ਤੇ ਨਾਜ਼ਰੀਨ, ਅਸੀਂ ਪੰਜਾਬੀ ਤੁਹਾਡੇ ਸਾਹਮਣੇ ਇਹ ਸਾਰੀ ਸੂਰਤ ਹਾਲ ਰੱਖ ਦਿੱਤੀ। ਨਾਲੇ ਵੀ ਦੱਸ ਦਿੱਤਾ ਕਿ ਇੱਕ ਪੰਜਾਬੀ ਦੇ ਲਫ਼ਜ਼ ਦੇ ਕਿੰਨੇ ਮਤਲਬ ਮੈਨੇ ਨਿਕਲ ਆਉਂਦੇ ਨੇ। ਇਹਦੇ ਨਾਲ ਹੀ ਅੱਲਾਹ ਹਾਫਿਜ਼।